ਅਸੀਂ ਇੱਥੋਂ ਕੰਮ ਕਰਦੇ 1984 ਦੇ ਕੰਮ ਕਰਦੇ ਆ ਇੱਥੇ ਸਾਨੂੰ 50 ਸਾਲ ਹੋ ਚੱਲੇ ਨੇ। ਉਮਰ ਕਿੰਨੀ ਤੁਹਾਡੀ? 80 ਸਾਲ ਦੀ। ਕੰਮ ਦੇ ਜ਼ਿਆਦਾ ਹੈ, ਮਜ਼ਦੂਰੀ ਘੱਟ ਹੈ, ਲਾਗਤਾਂ ਜ਼ਿਆਦਾ। ਇਹ ਕੰਮ ਜਿਹੜਾ ਕਰ ਰਹੇ ਨੇ ਆਪਾਂ ਇਹੋ ਹੀ ਬੰਦੇ ਕਰ ਰਹੇ ਕੋਈ ਪੀੜੀ ਨਹੀਂ ਬੱਚਾ ਨਹੀਂ ਪੈ ਰਿਹਾ। ਹੁਣ ਅਸੀਂ ਤੇ ਮਿਹਨਤ ਕਰਨੇ ਪਏ 13-14 ਘੰਟੇ ਕੰਮ ਕਰੀਦਾ ਹੈ। ਰਾਜ ਮਜ਼ਦੂਰ 7 ਘੰਟੇ ਕਰਦਾ ਹੈ, ਅਸੀਂ 14 ਘੰਟੇ ਕੰਮ ਕਰਨਾ, ਸਾਡੇ ਉਹਨੇ ਪੈਸੇ ਨਹੀਂ ਬਣਦੇ। ਪਹਿਲੇ ਬੰਦੇ ਹੁੰਦੇ ਸੀ ਨਾ ਕੱਲਾ ਜੰਗਲਾਂ ਲੈ ਕੇ ਲੰਘਦੇ 500 ਬੰਦਾ ਕੰਮ ਕਰਦਾ ਹੈ ਚਾਹੇ 10-12 ਬੰਦੇ ਕੰਮ ਕਰਨ ਵਾਲੇ। ਉਹ ਕੰਮ ਬਹੁਤ ਜ਼ਿਆਦਾ ਹੈ, ਹੁਣ ਕੰਮ ਬਹੁਤ ਘੱਟ ਆ। ਤੁਸੀਂ ਆ ਖਲੋਤੇ ਹੋ ਨਾ, ਤੁਸੀਂ ਗੱਲ ਨਹੀਂ ਸੁਣ ਸਕਦੇ, ਤੁਸੀਂ ਕੰਨਾਂ ਅੱਗੇ ਹੱਥ ਦਿਓਗੇ, ਇੰਨੀ ਆਵਾਜ਼ ਹੁੰਦੀ ਸੀ। ਤੁਸੀਂ ਬਾਹਰੋਂ ਆਏ ਹੋ ਨਾ, ਤੁਸੀਂ ਆ ਬਾਜ਼ਾਰ 'ਚ ਨਹੀਂ ਵੜ ਸਕਦੇ ਤੇ ਨਾ ਕਿਸੇ ਨਾਲ ਕੋਈ ਗੱਲਬਾਤ ਕਰ ਸਕਦੇ। ਪਹਿਲਾਂ ਇੰਨਾ ਸ਼ੌਕ ਹੁੰਦਾ ਸੀ। ਇੰਨਾ ਕੰਮ ਸੀਗਾ। ਸਾਡੇ ਬੱਚੇ ਦੁਕਾਨ ਤੇ ਵੜ ਕੇ ਖੁਸ਼ ਨਹੀਂ ਹੈਗੇ, ਨਾ ਹੀ ਅਸੀਂ ਵਾੜ ਕੇ ਰਾਜੀ ਹਾਂ। ਦੇਖੋ ਜੀ, ਮੇਰੇ 3 ਲੜਕੇ ਆ, ਉਹਨਾਂ ਨੂੰ ਕਹਿ ਦਈਏ ਨਾ ਕਾਕਾ ਸਾਨੂੰ ਘਰੋਂ ਚਾਹ ਲਿਆ ਦੇ ਜਾਂ ਸਾਨੂੰ ਕੋਈ ਫਲਾਣਾ ਸਮਾਨ ਲਿਆ ਦੇ। ਇੱਕ ਤਾਂ ਮਾਰਕੀਟ ਪਿੱਤਲ ਦੀ ਖਤਮ ਹੋਣ ਕਾਰਨ ਜਿਵੇਂ ਬੱਚੇ ਵਿਦੇਸ਼ਾਂ ਜਾਈ ਜਾਂਦੇ ਆ, ਗਾਂ ਖਰੀਦਣ ਵਾਲੇ ਹੈ ਨਹੀਂ ਕੋਈ, ਤੇ ਇਹ ਕੰਮ ਹੌਲੀ ਹੌਲੀ ਘਟਣ ਡਿਆ। ਸੰਨ 61 ਦੇ ਵਿੱਚ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਕੈਰੂ ਦਾ ਰਾਜ ਸੀ, ਨਹਿਰੂ ਦਾ ਰਾਜ ਸੀ ਸੈਂਟਰ ਦੇ ਵਿੱਚ। ਉਦੋਂ ਠਠਿਆਰ ਖੁਸ਼ਹਾਲ ਸੀਗੇ। ਉਸ ਤੋਂ ਬਾਅਦ ਠਠਿਆਰਾਂ ਦੀ ਉਹ ਦੁਰਦਸ਼ਾ ਹੋਈ ਆ, ਸਭ ਨਾਲੋਂ ਨੀਚ ਕੌਮ ਹੋ ਗਈ ਆ। ਇਸ ਸਮੇਂ ਅਸੀਂ ਮੌਜੂਦ ਹਾਂ ਜੰਡਿਆਲਾ ਗੁਰੂ ਵਿੱਚ। ਜੰਡਿਆਲਾ ਗੁਰੂ ਵਿੱਚ ਗੱਲ ਕਰੀਏ ਤੇ ਏਸ਼ੀਆ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਡੀ ਮੰਡੀ ਭਾਂਡਿਆਂ ਦੀ ਮੰਡੀ ਕਹੀ ਜਾਂਦੀ ਸੀ, ਜਿੱਥੇ ਪਿੱਤਲ ਦੇ ਤੇ ਤਾਂਬੇ ਦੇ ਭਾਂਡੇ ਬਣਾਏ ਜਾਂਦੇ ਸੀ। 1947 ਤੋਂ ਪਹਿਲਾਂ ਇਹ ਜੰਡਿਆਲਾ ਗੁਰੂ ਵਿੱਚ ਇਹ ਮੰਡੀ ਮੌਜੂਦ ਹੈ। ਅਗਰ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਹੁਣ ਇੱਥੇ ਕੰਮ ਬਹੁਤ ਜ਼ਿਆਦਾ ਘਟ ਗਿਆ ਹੈ। ਅਸੀਂ ਜੰਡਿਆਲਾ ਗੁਰੂ ਬਾਜ਼ਾਰ ਦੇ ਵਿੱਚ ਜਾ ਕੇ ਕੱਲੀ ਦੁਕਾਨ ਤੇ ਜਾ ਕੇ ਗੱਲਬਾਤ ਕਰਨ ਦੀ ਦੁਕਾਨਦਾਰਾਂ ਨਾਲ ਕੋਸ਼ਿਸ਼ ਕਰਾਂਗੇ ਕਿ 1947 ਤੋਂ ਲੈ ਕੇ ਤੇ ਹੁਣ 2022 ਤੱਕ ਕਿੰਨਾ ਕੁ ਪਿੱਤਲ ਦੇ ਤੇ ਤਾਂਬੇ ਦੇ ਭਾਂਡਿਆਂ 'ਚ ਕਿੰਨਾ ਕੁ ਫਰਕ ਦੇਖਣ ਨੂੰ ਮਿਲਿਆ। ਲੇਕਿਨ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਨੌਜਵਾਨ ਇੱਥੇ ਮੌਜੂਦ ਹੈ, ਇਹਨਾਂ ਵੱਲੋਂ ਪਿੱਤਲ ਦੇ ਤੇ ਤਾਂਬੇ ਦੇ ਭਾਂਡੇ ਜਿਹੜੇ ਆ ਉਹ ਇੱਥੇ ਬਣਾਏ ਜਾ ਰਹੇ ਆ। ਲੇਕਿਨ ਅਗਰ ਬਾਜ਼ਾਰ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਬਾਜ਼ਾਰਾਂ 'ਚ ਦੁਕਾਨਾਂ ਜਿਹੜੀਆਂ ਉਹ ਬੰਦ ਹੀ ਦਿਖਾਈ ਦੇ ਰਹੀਆਂ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਹੁਣ ਇਹ ਪਿੱਤਲ ਦਾ ਤੇ ਤਾਂਬੇ ਦਾ ਕੰਮ ਜਿਹੜਾ ਹੈ ਉਹ ਬੰਦ ਕਰ ਚੁੱਕੇ ਆ। ਕਾਰਨ ਇਹਦਾ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਜਿਹੜੀ ਆ ਕਮਾਈ ਇਸ ਕੰਮ ਦੇ ਵਿੱਚ ਅੱਗੋਂ ਹੁੰਦੀ ਦਿਖਾਈ ਨਹੀਂ ਦੇ ਰਹੀ। ਮਜ਼ਦੂਰੀ ਜਿੰਨੀ ਬਣਦੀ ਆ ਉਹ ਮਜ਼ਦੂਰੀ ਇਹਨਾਂ ਨੂੰ ਮਿਲਦੀ ਦਿਖਾਈ ਨਹੀਂ ਦੇ ਰਹੀ, ਜਿਸ ਕਰਕੇ ਲੋਕ ਜਿਹੜਾ ਹੈ ਹੁਣ ਇਹ ਕੰਮ ਛੱਡਦੇ ਜਾ ਰਹੇ ਆ। ਕਿਉਂਕਿ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ, ਬਟਾਲਾ ਤੇ ਜੰਡਿਆਲਾ ਗੁਰੂ 3 ਜਗ੍ਹਾ ਦੇ ਉੱਤੇ ਇਹ ਪਿੱਤਲ ਦੇ ਤੇ ਤਾਂਬੇ ਦੇ ਭਾਂਡਿਆਂ ਦੀ ਮੰਡੀ ਹੁੰਦੀ ਸੀ ਤੇ ਸਭ ਤੋਂ ਵੱਡੀ ਏਸ਼ੀਆ ਦੀ ਮੰਡੀ ਜੰਡਿਆਲਾ ਗੁਰੂ ਵਿੱਚ ਮੰਨੀ ਜਾਂਦੀ ਸੀ। ਤਾਂ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਕੰਮ ਬਿਲਕੁਲ ਹੀ ਨਾ ਦੇ ਬਰਾਬਰ ਹੈ। ਇੱਥੇ ਇਹ ਵੀ ਕਿਹਾ ਜਾਂਦਾ ਕਿ ਜਦੋਂ ਜੰਡਿਆਲਾ ਗੁਰੂ ਮੰਡੀ ਦੇ ਵਿੱਚ ਅਸੀਂ ਆਉਂਦੇ ਸੀ ਤਾਂ ਉਸ ਸਮੇਂ ਇੱਥੇ ਖੜਨਾ, ਕਿਸੇ ਨਾਲ ਗੱਲ ਕਰਨਾ ਵੀ ਮੁਸ਼ਕਲ ਹੁੰਦਾ ਸੀ। ਕਾਰਨ ਇਹ ਸੀ ਕਿ ਬਹੁਤ ਸਾਰਾ ਜਦੋਂ ਤਾਂਬੇ ਦੇ ਜਾਂ ਪਿੱਤਲ ਦੇ ਭਾਂਡੇ ਠਠਿਆਰ ਬਣਾਉਂਦੇ ਸਨ ਤੇ ਬਹੁਤ ਸਾਰਾ ਆਵਾਜ਼ ਇੱਥੇ ਆਉਂਦੀ ਸੀ। ਲੇਕਿਨ ਹੁਣ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕੰਮਕਾਰ ਬਿਲਕੁਲ ਘਟ ਗਿਆ, ਤਾਂ ਨਾ ਮਾਤਰ ਦੇ ਬਰਾਬਰ ਜਿਹੜਾ ਹੈ ਇੱਥੇ ਕੰਮਕਾਰ ਦਿਖਾਈ ਦੇ ਰਿਹਾ। ਲੇਕਿਨ ਬਿਲਡਿੰਗਾਂ ਦੀ ਗੱਲ ਕਰੀਏ ਤਾਂ ਉਹੀ ਪੁਰਾਣਾ ਢਾਂਚਾ ਜੋ 1947 ਦਾ ਸੀ, ਉਸੇ ਤਰ੍ਹਾਂ ਦਾ ਢਾਂਚਾ ਇੱਥੇ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਤਾਂ ਲਗਾਤਾਰ ਹੀ ਤੁਹਾਨੂੰ ਜਿਹੜਾ ਠਠਿਆਰ ਮਹੱਲਾ ਇਹਨੂੰ ਕਹਿ ਸਕਦੇ ਆ, ਜਿਹੜੀ ਮੰਡੀ ਹੈ ਉੱਥੇ ਮੌਜੂਦ ਆ। ਤਾਂ ਹੁਣ ਲਗਭਗ ਜ਼ਿਆਦਾਤਰ ਦੁਕਾਨਾਂ ਜਿਹੜੀਆਂ ਉਹ ਸਾਨੂੰ ਇੱਥੇ ਬੰਦ ਦਿਖਾਈ ਦੇ ਰਹੀਆਂ। ਤਾਂ ਇੱਥੇ ਕੁਝ ਠਠਿਆਰ ਵੀ ਮੌਜੂਦ ਹੈ, ਗੱਲਬਾਤ ਅਸੀਂ ਕਰਦੇ ਹਾਂ। ਕੀ ਨਾਮ ਹੈ ਤੁਹਾਡਾ? ਰਜਿੰਦਰਪਾਲ ਜੀ। ਕਦੋਂ ਤੋਂ ਇੱਥੇ ਕੰਮ ਕਰ ਰਹੇ? ਅਸੀਂ ਇੱਥੋਂ ਕੰਮ ਕਰਦੇ 1984 ਦੇ। ਤੇ ਸਾਡੇ ਫਾਦਰ ਸਾਹਿਬ ਸਾਰੇ ਕੰਮ ਕਰਦੇ ਰਹੇ ਇੱਥੇ। ਆ ਵੀ ਬਜ਼ੁਰਗ ਸਾਡੇ ਤੁਰੇ ਆਉਂਦੇ ਆ, ਵੀ ਇਹੀ ਭਾਂਡਿਆਂ ਦਾ ਕੰਮ ਕਰਦੇ ਸੀ। ਤੇ ਇਹ ਸਾਡੀ ਕੌਮ, ਇੱਕ ਤਾਂ ਮਾਰਕੀਟ ਪਿੱਤਲ ਦੀ ਖਤਮ ਹੋਣ ਕਾਰਨ ਜਿਵੇਂ ਬੱਚੇ ਵਿਦੇਸ਼ਾਂ ਜਾਈ ਜਾਂਦੇ ਆ, ਗਾਂ ਖਰੀਦਣ ਵਾਲੇ ਹੈ ਨਹੀਂ ਕੋਈ, ਤੇ ਇਹ ਕੰਮ ਹੌਲੀ ਹੌਲੀ ਘਟਣ ਡਿਆ। ਤੁਹਾਡੇ ਅੱਗੋਂ ਬੱਚੇ ਵੀ ਇਹੀ ਕੰਮ ਕਰਦੇ? ਨਹੀਂ ਜੀ, ਸਾਡੇ ਬੱਚੇ ਦੁਕਾਨ ਤੇ ਵੜ ਕੇ ਖੁਸ਼ ਨਹੀਂ ਹੈਗੇ, ਨਾ ਹੀ ਅਸੀਂ ਵਾੜ ਕੇ ਰਾਜੀ ਹਾਂ। ਉਹ ਇੰਨੀ ਮੰਨ ਲਓ ਜਿੰਨੀ ਖੁਰਾਕ ਦੇ ਨਾਲ ਸਾਡੇ ਕੰਨ ਵੀ ਬੋਲੇ ਹੋ ਜਾਂਦੇ ਆ।
ਤੇ ਕੋਈ ਅਸੀਂ ਤੁਹਾਡੀ ਦੁਕਾਨ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ। 10 ਸਾਲ ਪਹਿਲਾਂ ਕੰਮ ਲੱਗੇ ਹੋਏ ਆ ਤੁਹਾਡੇ ਸਾਹਮਣੇ ਵੇਖ ਲਈਓ ਕਿੰਨੀ ਮਿਹਨਤ ਵਾ ਕਿ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੋਂ ਲੱਗੇ ਹੋਏ ਆ ਇਹਨਾਂ ਨੂੰ ਰਾਤ ਦੇ 8 ਵੱਜਣੇ ਆ ਜਿਹਦੇ ਨਾਲ ਇਹਨਾਂ ਨੂੰ 500-400 ਰੁਪਇਆ ਬੜੀ ਮੁਸ਼ਕਲ ਨਾਲ ਬਣਨਾ। ਇਹੀ ਕਾਰਨ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਕੰਮ ਨਹੀਂ ਕਰ ਰਹੀ ਕਿ ਮਿਹਨਤ ਨਹੀਂ ਮਿਲ ਰਹੀ ਪ੍ਰੋਪਰ। ਮਿਹਨਤ ਵੀ ਨਹੀਂ ਮਿਲਦੀ ਗਾਂ ਇਹ ਕੰਮ ਦੇ ਵਿੱਚ ਕੰਮ ਨਹੀਂ ਹੈਗਾ। ਤੇ ਜਿਹੜੇ ਤੁਹਾਡੇ ਬਜ਼ੁਰਗ ਸੀ ਕਦੋਂ ਤੋਂ ਇੱਥੇ ਕੰਮ ਕਰਦੇ ਹੁੰਦੇ ਸੀ? ਇਹ 1947 ਤੋਂ ਪਹਿਲਾਂ ਦੇ ਕੰਮ ਕਰਦੇ ਸੀਗੇ। ਹੁਣ ਅੱਜ ਜਿਵੇਂ ਭਾਂਡੇ ਮਾਂ ਇੱਧਰ ਮਾਰ ਅੱਜ ਜਿਵੇਂ ਪਰਾਤਾਂ ਮਜਾਈ ਕਰ ਰਹੇ ਆ ਤੇ ਕਿੰਨੀ ਮਿਹਨਤ ਦਾ ਕੰਮ ਆ। ਕਿੰਨੀ ਠੰਡ ਦੇ ਵਿੱਚ ਵੀ ਉਹਨਾਂ ਨੂੰ ਪਾਣੀ ਬਰਫ਼ ਠੰਡੇ ਪਾਣੀ ਦੇ ਵਿੱਚ ਕੰਮ ਕਰਨਾ ਪੈ ਰਿਹਾ। ਇਹਨਾਂ ਨਾਲ ਹੱਥ ਵੇਖੋ ਇਹਨਾਂ ਦੇ ਬਹੁਤ ਜ਼ਿਆਦਾ ਖਰਾਬ ਹੋਣਗੇ। ਤੁਸੀਂ ਦੇਖ ਸਕਦੇ ਹੋ ਕਿ ਠਠਿਆਰ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਹੱਥ ਵੀ ਜਿਹੜੇ ਆ ਬਿਲਕੁਲ ਖਰਾਬ ਹੋ ਚੁੱਕੇ ਆ, ਪਾਟ ਗਿਆ। ਤੇ ਇਹੀ ਕਾਰਨ ਹੈ ਕਿ ਨੌਜਵਾਨ ਜਿਹੜੇ ਆ ਕੀ ਕਹਿਣਾ ਚਾਹੋਗੇ? ਹੱਥ ਕਿਸ ਤਰ੍ਹਾਂ ਖਰਾਬ ਹੋਏ? ਠੰਡ ਨਾਲ ਹੋ ਜਾਂਦੇ ਖਰਾਬ, ਤੇਜ਼ਾਬ ਲਾਈਏ ਤੇਜ਼ਾਬ ਨਾਲ ਖਰਾਬ ਹੋ ਜਾਂਦੇ। ਸਰਦੀਆਂ ਦੇ ਪੈਰ ਘਰ ਜਾਂਦੇ ਆ ਧੋਣ ਨਾਲ, ਹੱਥ ਖਰਾਬ ਹੋ ਜਾਂਦੇ ਆ। ਤਾਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਜੰਡਿਆਲਾ ਗੁਰੂ ਭਾਂਡਿਆਂ ਵਾਲੀ ਮੰਡੀ ਦੀਆਂ। ਤਾਂ ਹੋਰ ਵੀ ਇੱਥੇ ਦੁਕਾਨਦਾਰ ਮੌਜੂਦ ਹੈ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਦੋਂ ਤੋਂ ਇੱਥੇ ਕੰਮ ਕਰ ਰਹੇ ਆ, ਕਿੰਨੀਆਂ ਪੀੜ੍ਹੀਆਂ ਤੋਂ ਲੋਕ ਇੱਥੇ ਕੰਮ ਕਰ ਰਹੇ ਆ। ਤਾਂ ਤਸਵੀਰ ਇੱਕ ਵਾਰ ਤੁਹਾਨੂੰ ਫਿਰ ਬਾਜ਼ਾਰ ਦੀ ਦਿਖਾ ਦਿੰਦੇ ਆ ਕਿ ਜ਼ਿਆਦਾਤਰ ਬਾਜ਼ਾਰ ਜਿਹੜੇ ਆ ਇੱਥੇ ਹੁਣ ਬੰਦ ਦਿਖਾਈ ਦੇ ਰਹੇ ਆ। ਕੱਲੀ ਕੱਲੀ ਦੁਕਾਨ ਜਿਹੜੀ ਹੈ ਪੁਰਾਣਾ ਜਿਹੜਾ 1947 ਤੋਂ ਬਣੀਆਂ ਹੋਈਆਂ ਦੁਕਾਨਾਂ ਹੈ, ਲੇਕਿਨ ਹੁਣ ਸਮੇਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਕੰਮਕਾਰ ਇੱਕਦਮ ਇੱਥੋਂ ਲੁਪਤ ਹੁੰਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੌਜਵਾਨ ਪੀੜ੍ਹੀ ਇਸ ਕੰਮ ਦੇ ਵਿੱਚ ਨਹੀਂ ਆ ਰਹੀ। ਕਾਰਨ ਇਹੀ ਹੈ ਕਿ ਜਿੰਨੀ ਮਿਹਨਤ ਮਜ਼ਦੂਰੀ ਕਰਦੇ ਆ ਉਹ ਮਿਹਨਤ ਮਜ਼ਦੂਰੀ ਨਹੀਂ ਮਿਲ ਰਹੀ। ਅਸੀਂ ਹੋਰ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਲ ਕ੍ਰਿਸ਼ਨ ਕਦੋਂ ਤੋਂ ਇੱਥੇ ਕੰਮ ਕਰਦੇ? ਕੰਮ ਕਰਦੇ ਆ ਇੱਥੇ ਸਾਨੂੰ 50 ਸਾਲ ਹੋ ਚੱਲੇ ਨੇ। ਉਮਰ ਕਿੰਨੀ ਤੁਹਾਡੀ? 80 ਸਾਲ ਦੀ। ਬੱਚੇ ਦਾ ਕੰਮ ਕਰੀਦਾ ਜੀ। ਤੇ 50 ਸਾਲ ਪਹਿਲੇ ਕੀ ਕੰਮ ਦਾ ਮਾਹੌਲ ਹੀ ਇੱਥੇ ਤੇ ਹੁਣ ਦੇ ਦੌਰ 'ਚ ਕਿੰਨਾ ਕੁ ਕੰਮ ਵਧਿਆ? ਅਸੀਂ ਪਹਿਲਾਂ ਇੱਥੇ ਨਹੀਂ ਸੀ ਰਹਿੰਦੇ, ਹਰਿਆਣੇ ਹੀ ਸਨ, ਜਗਾਦਰੀ। ਨਹੀਂ, ਜਦੋਂ ਤੁਸੀਂ 50 ਸਾਲ ਪਹਿਲੇ ਇੱਥੇ ਕੰਮ ਕਰਦੇ ਸੀ ਉਦੋਂ ਕਿੰਨਾ ਕੁ ਕੰਮ ਸੀ ਤੇ ਹੁਣ ਕਿੰਨਾ ਕੁ ਕੰਮ ਹੈ? ਕੰਮ ਤੇ ਜ਼ਿਆਦਾ ਹੈ, ਮਜ਼ਦੂਰੀ ਘੱਟ ਹੈ, ਲਾਗਤਾਂ ਜ਼ਿਆਦਾ, ਮਹਿੰਗਾਈ ਜ਼ਿਆਦਾ ਹੈ, ਪੱਲੇ ਨਹੀਂ ਕੁਛ ਪੈਂਦਾ ਮਜ਼ਦੂਰ ਦੇ। ਫਿਰ ਪਰਿਵਾਰ ਵੀ ਅੱਗੋਂ ਆਹੀ ਕੰਮ ਕਰਦਾ? ਪਰਿਵਾਰ ਨਹੀਂ, ਪਰਿਵਾਰ ਸਾਡਾ ਜਿਹੜਾ ਪਹਿਲੋਂ ਕੰਮ ਕਰਦੇ ਅੱਜ ਤੋਂ 100 ਸਾਲ ਪਹਿਲੋਂ। ਤੇ ਫਿਰ ਇੱਥੇ ਕਿਹੜੇ ਸਾਲ 'ਚ ਆਏ ਸੀ ਤੁਸੀਂ? ਇੱਥੇ ਹਾਂਜੀ। ਇੱਥੇ ਅਸੀਂ ਆਏ ਹਾਂ 1967 ਦੇ ਵਿੱਚ। ਅੱਛਾ, ਉਦੋਂ ਮਾਰਕੀਟ ਨਵੀਂ ਬਣੀ ਸੀ ਜਾਂ ਪਹਿਲਾਂ ਦੀ ਮਾਰਕੀਟ ਚੱਲਦੀ ਪਈ? ਪਹਿਲੇ ਹੀ ਮਾਰਕੀਟ ਸੀ। ਅੱਛਾ, ਉਦੋਂ ਕਾਫੀ ਕੰਮ ਹੁੰਦਾ ਸੀ ਜਾਂ ਹੁਣ ਜ਼ਿਆਦਾ ਕੰਮ? ਪਹਿਲੋਂ ਕੰਮ ਜ਼ਿਆਦਾ ਸੀ, ਬਹੁਤ ਜ਼ਿਆਦਾ। ਕਿੰਨਾ ਕੁ ਫਰਕ ਪਿਆ ਕੰਮ ਦਾ? ਕੰਮ ਦਾ ਰੁਪਏ ਜੋ 12 ਨੇ ਫਰਕ ਪੈ ਗਿਆ, 4 ਨੇ ਰਹਿ ਗਿਆ। ਤੇ ਫਿਰ ਕੀ ਸਰਕਾਰਾਂ ਕਹਿੰਦੀਆਂ ਸੀ ਕਿ ਤੁਹਾਡੇ ਤੋਂ ਸਮਾਨ ਖਰੀਦਿਆ ਕਰਾਂਗੇ, ਕੌਣ ਖਰੀਦਿਆ? ਕੋਈ ਨਹੀਂ। ਫੋਟੋ ਇੰਨੀਆਂ ਫੋਟੋ ਲਾ ਗਏ ਨੇ ਇੱਥੇ, ਹਾਂ। ਕੋਈ ਪੱਲੇ ਨਹੀਂ ਪਿਆ। ਅੱਛਾ, ਕਿੰਨਵੀਂ ਪੀੜ੍ਹੀ ਤੁਹਾਡੀ ਇਸ ਕਾਰੋਬਾਰ 'ਚ? ਹੈ ਕਿੰਨਵੀਂ ਪੀੜ੍ਹੀ ਹੈ? ਕੌਣ ਅੱਗੋਂ ਹਾਂ ਅੱਗੋਂ ਪੀੜ੍ਹੀ ਸਾਡੀ ਜਿਹੜੀ ਉਹ ਕੰਮ ਹੀ ਨਹੀਂ ਪੈਂਦੀ। ਨਹੀਂ ਕਰਦੀ? ਕੀ ਕਾਰਨ ਹੈ? ਹੁਣ ਅਸੀਂ ਤੇ ਮਿਹਨਤ ਕਰਨੇ ਪਏ, 13-14 ਘੰਟੇ ਕੰਮ ਕਰੀਦਾ ਹੈ। ਰਾਈ ਮਜ਼ਦੂਰ 7 ਘੰਟੇ ਕਰਦਾ, ਅਸੀਂ 14 ਘੰਟੇ ਕੰਮ ਕਰਨਾ, ਸਾਡੇ ਉਹਨੇ ਪੈਸੇ ਨਹੀਂ ਬਣਦੇ। ਅੱਛਾ, ਇਹੀ ਕਾਰਨ ਹੈ ਕਿ ਜਿਹੜੀ ਅੱਗੋਂ ਬੱਚੇ ਇਸ ਕੰਮ 'ਚ ਨਹੀਂ ਪੈ ਰਹੇ। ਠੀਕ ਹੈ। ਅਸੀਂ ਬੱਚੇ ਨਹੀਂ ਪਏ ਕੰਮ 'ਚ। ਦੁੱਖ ਹੁੰਦਾ ਕਿ ਜਿਹੜਾ ਪੀੜ੍ਹੀਆਂ ਤੋਂ ਕੰਮ ਤੁਸੀਂ ਕਰਦੇ ਆ ਰਹੇ, ਅੱਗੋਂ ਬੱਚੇ ਜਿਹੜੀ ਆਉਣ ਵਾਲੀ ਪੀੜ੍ਹੀ ਉਹ ਕੰਮ ਇਹ ਨਹੀਂ ਕਰਦੀ ਪਈ। ਉਹ ਪਾਏ ਨਹੀਂ ਤੇ ਉਹ ਬੱਚੇ ਪਾਏ ਨਹੀਂ ਕੰਮ 'ਚ। ਅਸੀਂ ਅੱਛਾ ਅੱਛਾ। ਅਸੀਂ ਤਾਂ ਜਬ ਕੇ ਲਾਣ ਦੇ, ਉਹ ਵੀ ਲਾਣ ਦੇ। ਕੀ ਲੱਗਦਾ ਜੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਇਹ ਕੰਮ ਨਹੀਂ ਕਰਨਗੀਆਂ ਤੇ ਕੰਮ ਖਤਮ ਹੁੰਦਾ ਜਾਊਗਾ? ਹੋ ਜਾਏ। ਰੁਪਏ ਦੇ 4 ਨੇ ਰਹਿ ਗਿਆ, ਰੁਪਈਏ ਦਾ 1.25 ਰੁਪਏ ਕੰਮ ਸੀ, 4 ਨੇ ਰਹਿ ਗਿਆ, 12 ਨੇ ਘਟ ਗਿਆ। ਮਤਲਬ ਮਜ਼ਦੂਰ ਕੰਮ ਕਰਦਾ, ਦੁਕਾਨਦਾਰ ਕੋਈ ਪੱਲੇ ਨਹੀਂ ਪਾਉਂਦਾ। ਕੀ ਲੱਗਦਾ ਨਹੀਂ ਕਿ ਇੱਕ ਪਵਿੱਤਰ ਭਾਂਡਾ ਮੰਨਿਆ ਜਾਂਦਾ ਹੈ ਪਿੱਤਲ ਤਾਂਬੇ ਨੂੰ, ਤੇ ਸਰਕਾਰਾਂ ਨੂੰ ਇਹਦੇ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਤਾਂ ਜੋ ਪੀੜ੍ਹੀ ਜਿਹੜੀ ਕੰਮ ਕਰ। ਹਰਿਆਣੇ ਦੇ ਵਿੱਚ 1960 ਜਾਏ ਸਨ ਸੈਂਟਰ ਦੇ ਬੰਦੇ, ਅੱਛਾ। ਉਦੋਂ ਵੀ ਇਹੀ ਕੰਮ ਕਰਦੇ ਸਨ। ਫੋਟੋ ਲਾ ਕੇ ਸਭ ਕੁਝ ਲਾ ਕੇ, ਕੱਖ ਨਹੀਂ ਬਣਿਆ। ਸੈਂਟਰ ਨੇ ਕੁਛ ਨਹੀਂ ਬਣਾਇਆ ਤੇ ਪੰਜਾਬ ਵਾਲੇ ਕਿਥੋਂ ਬਣਾਉਂਦੇ? ਜਿਹਦੇ ਹੱਥੇ ਮਹਿਕਮਾ, ਸੈਂਟਰ ਦੇ ਹੱਥ ਮਹਿਕਮਾ,
ਜੇ ਉਹਨੇ ਕੁਛ ਨਹੀਂ ਕੀਤਾ ਤਾਂ 50 ਕਿੱਥੋਂ ਕਰੇਗੀ। ਦੀਪ ਚੰਦ ਅੰਕਲ ਜੀ ਕਿੰਨੀ ਦੇਰ ਤੋਂ ਇੱਥੇ ਤੁਸੀਂ ਆ ਭਾਂਡਿਆਂ ਦਾ ਜਿਹੜਾ ਮੇਰੀ 70 ਸਾਲ ਦੀ ਉਮਰ ਹੋ ਗਈ ਆ। ਜੀ ਮੈਂ 2 ਜਮਾਤਾਂ ਪੜ੍ਹ ਕੇ ਤੇ ਕੰਮ ਲਗਾਣਾ। ਕਿੰਨਾ ਕੁ ਕੰਮ ਦਾ ਫਰਕ, ਪਹਿਲਾਂ ਪੀੜ੍ਹੀਆਂ ਵੀ ਇਹੀ ਕੰਮ ਕਰਦੀਆਂ ਸੀ ਤੁਹਾਡੇ ਬਾਬਾ ਜੀ ਜਾਂ ਪਹਿਲੋਂ ਕੰਮ ਬਹੁਤ ਸੀ, ਪਹਿਲੋਂ ਖੁਸ਼ਹਾਲ ਸੀਗੇ। ਜਦੋਂ ਸੰਨ 61 ਦੇ ਵਿੱਚ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਕੈਰੂ ਦਾ ਰਾਜ ਸੀ, ਨਹਿਰੂ ਦਾ ਰਾਜ ਸੀ ਸੈਂਟਰ ਦੇ ਵਿੱਚ, ਉਦੋਂ ਠਠਿਆਰ ਖੁਸ਼ਹਾਲ ਸੀਗੇ। ਉਸ ਤੋਂ ਬਾਅਦ ਠਠਿਆਰਾਂ ਦੀ ਉਹ ਦੁਰਦਸ਼ਾ ਹੋਈ ਆ, ਸਭ ਨਾਲੋਂ ਨੀਚ ਕੌਮ ਹੋ ਗਈ ਆ। ਕੀ ਕਾਰਨ ਕੀ ਸਮਝਦੇ? ਕਾਰਨ ਇੱਕ ਤੇ ਜਿਹੜੇ ਆੜ੍ਹਤੀ ਆ ਉਹ ਸਾਨੂੰ ਮਜ਼ਦੂਰੀ ਪੂਰੀ ਨਹੀਂ ਦਿੰਦੇ, ਮਿਹਨਤ ਨਹੀਂ ਦਿੰਦੇ। ਦੂਸਰਾ ਕਾਰਨ ਇਹ ਹੈ ਸਰਕਾਰ ਦਾ ਮਜ਼੍ਹਬੀ ਮਹਿਰੇ, ਤਰਖਾਨ, ਲੁਹਾਰ ਬੈਕਗਰਾਊਂਡ ਕਲਾਸ ਕਰਾਏ ਆ, ਠਠਿਆਰ ਬੈਕਗਰਾਊਂਡ ਕਲਾਸ 'ਚ ਨਹੀਂ ਆ। ਹੋਰ ਨਾ ਕੌਮਾਂ ਨੂੰ ਵਜ਼ੀਫੇ ਮਿਲਦੇ ਆ, ਠਠਿਆਰਾਂ ਨੂੰ ਵਜ਼ੀਫੇ ਕੋਈ ਨਹੀਂ। ਠਠਿਆਰ ਦਾ ਬੱਚਾ ਨਾ ਲੜਕੀ ਨਾ ਲੜਕਾ, ਬੜੀ ਮੁਸ਼ਕਲ ਪੜ੍ਹਦੇ ਆ। ਤੇ ਤੁਸੀਂ ਕੰਮ ਕਰਦੇ ਅੱਗੋਂ, ਅੱਜ ਜਿਹੜੇ ਤੁਹਾਡੇ ਬੱਚੇ ਉਹ ਵੀ ਇਸੇ ਕੰਮ 'ਚ ਹੀ ਆ? ਨਾ ਉਹ ਤੱਕਦੇ ਨਹੀਂ ਇੱਧਰ। ਕੀ ਕਾਰਨ ਕੀ ਹੈ? ਕਾਰਨ ਇਹਦੇ 'ਚ ਬੇਕਦਰੀ ਬੜੀ ਆ ਇਸ ਕੰਮ ਦੇ ਵਿੱਚ। ਠਠਿਆਰ ਦਾ ਕੋਈ ਲੜਕਾ ਮੰਗਣ ਵਾਲਾ ਹੋਵੇ ਨਾ ਤੇ ਲੜਕੀ ਕਹਿੰਦੀ ਆ ਜਿਹੜਾ ਥੌੜਾ ਮਾਰਦਾ ਮੈਂ ਉਹਨਾਂ ਵਿਆਹ ਨਹੀਂ ਕਰਾਉਣਾ। ਦੱਸੋ ਇਸ ਤੋਂ ਬੜੀ ਦੁਰਦਸ਼ਾ ਕਿਹੋ ਜਿਹੀ ਹੁੰਦੀ ਆ। ਫਿਰ ਦੁੱਖ ਹੁੰਦਾ ਜਦੋਂ ਸਾਡੀ ਆਉਣ ਵਾਲੀ ਪੀੜ੍ਹੀ ਇਹ ਕੰਮ ਛੱਡਦੀ ਜਾ ਰਹੀ, ਤੁਸੀਂ ਪੀੜ੍ਹੀਆਂ ਤੋਂ ਇਹ ਕੰਮ ਨਹੀਂ ਸਾਂਭਿਆ। ਰੁਪਈਏ ਦੇ 100 ਪੈਸਾ ਹੁੰਦਾ, 10 ਪੈਸੇ ਕੰਮ ਆ, 90 ਪੈਸੇ ਖਤਮ ਹੋ ਗਏ ਆਪਾਂ। ਇਹ ਤੁਹਾਡੇ ਇੱਥੇ ਜੰਡਿਆਲਾ ਗੁਰੂ ਦੇ ਵਿੱਚ ਸਭ ਤੋਂ ਪੁਰਾਣੀ ਜਿਹੜੀ ਮੰਡੀ ਭਾਂਡਿਆਂ ਦੀ ਪੰਜਾਬ ਦੇ ਵਿੱਚ 4 ਮੰਡੀਆਂ ਹੈ, ਜੰਡਿਆਲਾ, ਬਟਾਲਾ, ਹੁਸ਼ਿਆਰਪੁਰ ਤੇ ਫਗਵਾੜਾ। 3 ਖਤਮ ਹੋ ਗਈਆਂ ਵਾ, ਇਹ ਥੋੜੀ ਬਹੁਤੀ ਚੱਲਦੀ ਆ ਰੁਪਈਏ ਤੋਂ 10 ਪੈਸੇ। ਕਹਿੰਦੇ ਕਿ ਇੱਥੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਲਈ ਵੀ ਭਾਂਡੇ ਇੱਥੋਂ ਇਸੇ ਮੰਡੀ 'ਚ ਜਾਂਦੇ ਆ। ਦਰਬਾਰ ਸਾਹਿਬ ਬੜੀ ਦੂਰ ਜਾਂਦੇ ਆ, ਅਬੋਹਰ, ਗੰਗਾ ਨਗਰ, ਹਨੂਮਾਨਗੜ੍ਹ ਸਾਰੇ ਉਧਰ ਹੀ ਜਾਣ ਡੇ ਆ। ਮਿਹਨਤ ਮਿਲ ਜਾਂਦੀ ਹੈ ਜਿੰਨੀ ਕਰਦੇ? ਅੱਜ ਠਠਿਆਰ 14 ਘੰਟੇ ਕੰਮ ਕਰਦਾ ਵਾ, ਉਹਨੂੰ ਰੁਪਈਆ 500 ਮਿਲਦਾ। ਪਹਿਲੇ ਕਿੰਨੇ ਪਰਿਵਾਰ ਇੱਥੇ ਕੰਮ ਕਰਦੇ ਸੀ, ਹੁਣ ਕਿੰਨੇ ਕੁ ਪਰਿਵਾਰ? ਤੁਸੀਂ ਆ ਖਲੋਤੇ ਹੋ ਨਾ, ਤੁਸੀਂ ਗੱਲ ਨਹੀਂ ਸੁਣ ਸਕਦੇ, ਤੁਸੀਂ ਕੰਨਾਂ ਅੱਗੇ ਹੱਥ ਦਿਓਗੇ, ਇੰਨੀ ਆਵਾਜ਼ ਹੁੰਦੀ ਸੀ। ਤੁਸੀਂ ਬਾਹਰੋਂ ਆਏ ਹੋ ਨਾ, ਤੁਸੀਂ ਆ ਬਾਜ਼ਾਰ 'ਚ ਨਹੀਂ ਵੜ ਸਕਦੇ ਤੇ ਨਾ ਕਿਸੇ ਨਾਲ ਕੋਈ ਗੱਲਬਾਤ ਕਰ ਸਕਦੇ। ਪਹਿਲਾਂ ਇੰਨਾ ਸ਼ੌਕ ਹੁੰਦਾ ਸੀ। ਇੰਨਾ ਕੰਮ ਸੀਗਾ, ਹੁਣ ਤੇ ਹੈ ਹੀ ਕੁਛ ਨਹੀਂ। ਲੱਗਦਾ ਕਿ ਨੌਜਵਾਨਾਂ ਨੂੰ ਵੀ ਇਸ ਵਿੱਚ ਸਾਥ ਦੇਣਾ ਚਾਹੀਦਾ ਤੁਹਾਡਾ, ਤਾਂ ਕਿਉਂਕਿ ਮੇਰੇ ਕੰਨ ਖਰਾਬ ਹੋ ਗਏ ਆ ਕੰਮ ਕਰ ਕਰਕੇ। ਤੁਹਾਨੂੰ ਲੱਗਦਾ ਨੌਜਵਾਨਾਂ ਨੂੰ ਤੁਹਾਡਾ ਸਾਥ ਦੇਣਾ ਚਾਹੀਦਾ, ਹਾਂਜੀ, ਤੁਹਾਡੇ ਬੱਚੇ ਜਿਹੜੇ ਆ ਤੁਹਾਡਾ ਸਾਥ ਦੇਣਾ ਚਾਹੀਦਾ ਤੁਹਾਡੇ ਬੱਚਿਆਂ ਨੂੰ? ਵੇਖੋ ਜੀ, ਮੇਰੇ 3 ਲੜਕੇ ਆ। ਇੱਕ ਲੜਕਾ ਤੇ ਕਾਊਂਟ ਦਾ ਕੰਮ ਕਰਦਾ, 2 ਲੜਕੇ ਆ ਉਹ ਰੈਡੀਮੇਡ ਵਾਲੇ ਦੁਕਾਨ ਤੇ ਕੰਮ ਕਰਦੇ ਆ। ਉਹਨਾਂ ਨੂੰ ਕਹਿ ਦਈਏ ਨਾ ਕਾਕਾ ਸਾਨੂੰ ਘਰੋਂ ਚਾਹ ਲਿਆ ਦੇ ਜਾਂ ਸਾਨੂੰ ਕੋਈ ਫਲਾਣਾ ਸਮਾਨ ਲਿਆ ਦੇ, ਉਹ ਕਹਿੰਦੇ ਦੁਕਾਨ ਤੇ ਨਹੀਂ, ਥੌੜੇ ਵਾਲੀ ਦੁਕਾਨ ਤੇ ਨਹੀਂ ਜਾਣਾ। ਪੁਰਾਣੀ ਵਿਰਾਸਤ ਨਹੀਂ ਖਤਮ ਹੋ ਜਾਏਗੀ ਬਜ਼ੁਰਗੋ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ? ਅਸੀਂ ਆ 2 ਭਰਾ ਕੰਮ ਕਰਦੇ ਆ, ਅਸੀਂ 4 ਭਰਾ ਵਾ। 2 ਭਰਾ ਸਾਡੇ ਰਈਏ ਡੈਂਟਿਕ ਪੈਂਟਿਕ ਦਾ ਕੰਮ ਕਰਦੇ ਆ, ਉਹ ਸਾਡੇ ਨਾਲੋਂ ਖੁਸ਼ਹਾਲ ਆ। ਚਾਹੀਦਾ ਨਹੀਂ ਸਰਕਾਰਾਂ ਨੂੰ ਤੁਹਾਡੇ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਵਾ? ਕਦੋਂ ਕਰਨਾ ਵਾ ਸਰਕਾਰ ਨੇ, ਕਦੋਂ ਕਰਨਾ ਵਾ? ਜਦੋਂ ਠਠਿਆਰ ਮਰ ਜਾਣਗੇ ਉਦੋਂ ਕਰਨਾ। ਨਵਜੋਤ ਸਿੰਘ ਸਿੱਧੂ ਆਏ ਸੀ ਇੱਥੇ ਜਦੋਂ ਮੰਤਰੀ ਹੁੰਦੇ ਸੀ, ਉਦੋਂ ਉਹਨਾਂ ਦਾ ਕਹਿਣਾ ਮੰਤਰੀਆਂ ਨੂੰ ਪਹਿਲਾਂ ਹੀ ਹੱਥਾਂ ਹੇਠਾਂ ਰੱਖ ਲੈਂਦੇ ਆ, ਜਿਹੜੇ ਇੱਧਰ ਤੇ ਆਉਣ ਹੀ ਨਹੀਂ ਦਿੰਦੇ। ਸਿੱਧੂ ਆਇਆ ਸੀਗਾ, ਆ ਪਿੱਛੇ 10 ਦੁਕਾਨਾਂ ਪਿੱਛੇ ਮੁੜ ਕੇ ਚਲੇ ਗਿਆ। ਅੱਛਾ, ਤੁਹਾਡੇ ਤੱਕ ਪਹੁੰਚਿਆ ਵੀ ਨਹੀਂ? ਸਾਡੇ ਇੱਥੇ ਤੱਕ ਨਹੀਂ ਆਇਆ, ਅਸੀਂ ਦੁਕਾਨ ਖੋਲ ਕੇ ਬੈਠੇ ਰਹੇ ਆ। ਕੀ ਲੱਗਦਾ ਮੰਤਰੀ ਬਸ ਹਵਾਈ ਫਾਇਰ ਹੀ ਕੋਈ ਵੀ ਨਹੀਂ ਬਾਊ ਜੀ ਆਉਂਦਾ, ਕੋਈ ਵੀ ਨਹੀਂ। ਆ ਵੇਖੋ, ਅਸੀਂ ਆ ਬਿਆਈਆਂ ਪੱਟ ਜਾਂਦੀਆਂ ਵਾ, ਬਿਆਈਆਂ ਪੱਟ ਜਾਂਦੀਆਂ। ਆ ਵੇਖੋ ਹੱਥ, ਅਸੀਂ ਜਿਹੜੇ ਰੋਟੀ ਖਾਣੀ ਆ ਨਮਕ ਵੀ ਲੱਗਣਾ ਵਾ। ਇਸ ਤੋਂ ਵੱਡੀ ਸਜ਼ਾ ਕਿਹੜੀ ਆ? ਠਠਿਆਰ ਨੂੰ ਸਭ ਤੋਂ ਵੱਡੀ ਸਜ਼ਾ ਵਾ। ਕਦੋਂ ਤੋਂ ਇੱਥੇ ਆ ਭਾਂਡਿਆਂ ਦਾ ਕੰਮ ਕਰਦੇ? ਬਚਪਨ ਤੋਂ ਹੀ ਤੇ ਇਸ ਤੋਂ ਪਹਿਲਾਂ ਕੌਣ ਕਰਦਾ ਸੀ ਤੁਹਾਡੇ? ਪਤਾ ਜੀ, ਉਸ ਤੋਂ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਜਾਂ ਹਾਂਜੀ। ਪਿਤਾ ਜੀ ਨੇ ਸ਼ੁਰੂ ਕੀਤਾ? ਪੀੜੀ ਤੇ ਕਿੰਨੀ ਦੇਰ ਹੋ ਗਈ ਇਹ ਕੰਮ ਕਰਦੇ? ਜੋ ਇਹ ਲੋਕ 50 ਦੀ ਉਮਰ ਹੋ ਗਈ ਜੀ। ਅੱਛਾ, ਤੇ ਕਦੋਂ ਤੋਂ ਇਸ ਮਾਰਕੀਟ 'ਚ ਰਹਿ ਰਹੇ?
ਬਚਪਨ ਤੋਂ ਹੀ ਇਸ ਮਾਰ ਕੇ ਕਿੰਨਾ ਕੁ ਕੰਮ ਪਹਿਲਾਂ ਸੀ ਤੇ ਕਿੰਨਾ ਕੁ ਕੰਮ ਹੁਣ? ਪਹਿਲੇ ਕੰਮ ਬਹੁਤ ਜ਼ਿਆਦਾ ਸੀ, ਹੂੰ। ਹੁਣ ਕੰਮ ਘਟ ਗਿਆ। ਕੀ ਕਾਰਨ ਕੀ ਹੈ ਹੁਣ ਕੰਮ ਕਰਨ ਦਾ? ਕੰਮ ਬੰਦੇ ਘਟ ਗਏ, ਮਹਿੰਗਾਈ ਜ਼ਿਆਦਾ ਹੋ ਗਈ ਹੈ, ਉਹਦੇ ਕਰਕੇ ਮਾਲ ਮਹਿੰਗਾ ਹੋ ਗਿਆ ਦਾ। ਅੱਗੋਂ ਜਿਹੜੀਆਂ ਹੋਰ ਨੌਜਵਾਨ ਪੀੜ੍ਹੀਆਂ ਜਿਸ ਤਰ੍ਹਾਂ ਤੁਹਾਡੇ ਬੱਚੇ ਆ ਉਹ ਇਸ ਕਾਰੋਬਾਰ 'ਚ ਆਉਣਾ ਨਹੀਂ ਚਾਹੁੰਦੇ? ਨਹੀਂ ਕਿਉਂ, ਕੀ ਕਾਰਨ ਹੈ? ਕੰਮ ਹੀ ਨਹੀਂ, ਉਹ ਕੰਮ ਕਰਕੇ ਖੁਸ਼ ਹੀ ਨਹੀਂ ਹੈਗੇ। ਜੇ ਬੱਚੇ ਕਹਿੰਦੇ ਪਾਣੀ ਦੇ ਗਲਾਸ ਲਿਆਓ, ਉਹ ਨਹੀਂ ਲਿਆਉਂਦੇ। ਉਹ ਕਿਉਂ? ਕਹਿੰਦੇ ਹੁਣ ਕੰਮ ਹੀ ਨਹੀਂ ਕਰਨਾ। ਦੁੱਖ ਹੁੰਦਾ ਜਦੋਂ ਕਿ ਤੁਸੀਂ ਪੀੜ੍ਹੀ ਦਰ ਪੀੜ੍ਹੀ ਕੰਮ ਸੰਭਿਆ, ਅੱਗੋਂ ਬੱਚੇ ਇਸ ਕੰਮ 'ਚ ਨਹੀਂ ਨਹੀਂ ਆਏ। ਆਉਂਦੇ। ਤਾਂ ਇੱਕ ਟ੍ਰੈਡੀਸ਼ਨਲ ਇਹ ਕੰਮ ਜਿਹੜਾ ਕਰ ਰਹੇ ਨੇ ਆਪਾਂ, ਹਾਂ। ਇਹੋ ਹੀ ਬੰਦੇ ਕਰ ਰਹੇ। ਹੂੰ। ਅੱਗੋਂ ਕੋਈ ਪੀੜੀ ਨਹੀਂ, ਬੱਚਾ ਨਹੀਂ ਪੈ ਰਿਹਾ। ਇੱਥੇ ਆਪਾਂ ਹੋਰ ਵੀ ਗੱਲਬਾਤ ਕੀਤੀ, ਕਹਿੰਦੇ ਜਦੋਂ ਪਹਿਲੇ ਆਈਦਾ ਸੀ ਇੱਥੇ ਇੰਨਾ ਸ਼ੋਰ ਹੁੰਦਾ ਸੀ ਭਾਂਡੇ ਬਣਾਉਣ ਦਾ ਕਿ ਕਿਸੇ ਨਾਲ ਗੱਲ ਨਹੀਂ ਸੀ ਕੀਤੀ ਜਾਂਦੀ, ਤੇ ਹੁਣ ਉਹ ਕੰਮ ਲੁਪਤ ਹੁੰਦਾ ਹੈ। ਪਹਿਲੇ ਬੰਦੇ ਹੁੰਦੇ ਸੀ ਨਾ, ਕੱਲਾ ਜੰਗਲਾਂ ਲੈ ਕੇ ਤੇ ਲੰਘਦੇ ਸੀ। ਹੂੰ 500 ਬੰਦਾ ਕੰਮ ਕਰਦਾ ਸੀ, ਚਾਹੇ 10-12 ਬੰਦੇ ਕੰਮ ਕਰਨ ਵਾਲੇ। ਉਹ ਕੰਮ ਬਹੁਤ ਜ਼ਿਆਦਾ ਹੈ, ਹੂੰ। ਹੁਣ ਕੰਮ ਬਹੁਤ ਘੱਟ ਆ। ਦੁੱਖ ਹੁੰਦਾ ਮਨ ਨੂੰ ਕਿ ਹਾਂਜੀ, ਹੁਣ ਕੰਮ ਹਾਂਜੀ। ਖਤਮ ਹੁੰਦਾ ਜਾ ਰਿਹਾ, ਹਾਂ। ਤੁਸੀਂ ਸਾਂਭ ਕੇ ਰੱਖਿਆ ਸੀ। ਹਾਂ, ਤੇ ਹੁਣ ਕੰਮ ਮਿਲ ਗਿਆ ਤੇ ਕਰ ਲਿਆ, ਨਹੀਂ ਮਿਲਿਆ ਤਾਂ ਵਿਹਲੇ। ਸਰਕਾਰਾਂ ਤੋਂ ਕੋਈ ਆਸ ਹੈਗੀ? ਸਰਕਾਰਾਂ ਦਾ ਸਰਕਾਰਾਂ ਨੇ ਕਹਿੰਦੇ ਆਏ ਥੇ ਹੁੰਦਾ, ਜੇ ਕੋਈ ਨਾ ਕੋਈ ਆ ਜਾਂਦਾ, ਜੇ ਤੁਸੀਂ ਆਏ ਜੇ ਕਿਆ 5-6 ਨੇ ਹੋਰ ਵੀ ਫਿਰ ਗਏ, ਕੋਈ ਸੁਣਾਈ ਨਹੀਂ। ਨਵਜੋਤ ਸਿੰਘ ਸਿੱਧੂ ਕਹਿੰਦੇ ਆਏ ਸੀ ਇੱਥੇ, ਉਹ ਕਹਿੰਦੇ ਸੀ ਕਿ ਤੁਹਾਡਾ ਸਮਾਨ ਸਰਕਾਰ ਖਰੀਦਿਆ ਕਰੂ। ਮੇਲਾ ਤਾਂ ਮੇਰੇ ਨਹੀਂ ਆਇਆ ਸਿੱਧੂ ਨਾਲ। ਅੱਛਾ ਵਿਆਜ ਪਾਇਆ ਉਹ ਆਪਾਂ ਨੂੰ ਪਤਾ ਨਹੀਂ। ਜੀ ਜੀ। ਹਾਂਜੀ। ਤੇ ਫਿਰ ਕੀ ਲੱਗਦਾ ਕਿ ਅਗਰ ਨੌਜਵਾਨ ਪੀੜ੍ਹੀ ਸਾਡੀਆਂ ਪੀੜ੍ਹੀਆਂ ਕੰਮ ਨਹੀਂ ਕਰਨਗੀਆਂ ਤੇ ਕੰਮ ਖਤਮ ਹੋ ਜਾਊਗਾ, ਤੇ ਫਿਰ ਖਤਮ ਹੋ ਕਿਸ ਤਰ੍ਹਾਂ ਜਾਊ। ਵਿਰਾਸਤ ਬਚੂਗੀ? ਇਹ ਕੰਮ ਖਤਮ ਹੋ ਜਾਣਾ ਹੈਗਾ, ਇਹ ਟਾਈਮ ਤੇ ਕੰਮ ਖਤਮ ਹੋ ਹੀ ਜਾਣਾ। ਜੀ ਜੀ। ਪੰਜਾਬ 'ਚ ਕਹਿੰਦੇ 3 ਮੰਡੀਆਂ ਮਸ਼ਹੂਰ ਸੀ, ਜਿਨ੍ਹਾਂ 'ਚੋਂ ਇੱਕ ਆ ਜੰਡਿਆਲਾ ਗੁਰੂ ਦੀ ਮੰਡੀ ਸੀ। ਹਾਂਜੀ ਇੱਥੋਂ ਧਾਰਮਿਕ ਸਥਾਨਾਂ ਤੇ ਵੀ ਸਮਾਨ ਜਾਂਦਾ ਸੀ। ਹਾਂਜੀ। ਕਿੱਥੇ ਕਿੱਥੇ ਜਾਂਦਾ ਸੀ? ਦਰਬਾਰ ਸਾਹਿਬ ਹੋ ਗਿਆ, ਹੂੰ। ਹਜ਼ੂਰ ਸਾਹਿਬ ਹੋ ਗਿਆ, ਜਿਹੜੇ ਜਿੰਨੇ ਵੱਡੇ ਗੁਰਦੁਆਰੇ ਨੇ ਸਾਰੇ ਸਮਾਨ ਜਾਂਦਾ ਹੈ ਜੀ 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 ਇੱਥੋਂ ਬਣ ਕੇ। ਜੇਗਾ ਇੱਥੋਂ ਜਾਂਦੀਆਂ, ਹਾਂਡੀਆਂ ਇੱਥੋਂ ਜਾਂਦੀਆਂ। ਅੱਛਾ, ਪਿੱਤਲ ਦੇ ਭਾਂਡੇ ਦਾ ਫਾਇਦਾ ਕੀ ਹੁੰਦਾ? ਪਿੱਤਲ ਦੇ ਭਾਂਡੇ ਫਾਇਦਾ ਇਹ ਆ, ਇਹਦੇ ਸਮਾਨ ਵਧੀਆ ਬਣਦਾ। ਹੂੰ। ਚਾਹ ਬਣਾਓ, ਸਬਜ਼ੀ ਬਣਾਓ, ਹਰ ਚੀਜ਼ ਵਧੀਆ ਬਣਾਓ। ਹੂੰ ਹੂੰ ਸਟੀਲ ਦਾ ਸਿਲਵਰ ਭਾਂਡਾ ਉਹ ਨੁਕਸਾਨ। ਹੂੰ। ਤਾਂਬੇ ਦੇ ਵੀ ਬਣਾਉਂਦੇ ਕਿ ਪਿੱਤਲ ਹੀ ਨਹੀਂ, ਬਣਾਉਂਦੇ? ਮੈਂ ਪਿੱਤਲ ਦਾ ਬਣਾਉਂਦਾ। ਅੱਛਾ। ਤੇ ਕਾਫੀ ਸਿਹਤ ਨੂੰ ਇਹਦੇ ਨਾਲ ਫਾਇਦਾ ਹੁੰਦਾ। ਹਾਂਜੀ। ਕਲੀ ਹੋਈ ਨਾ, ਇਹ ਸਾਲ ਕਦੇ ਨਹੀਂ ਜਾਂਦਾ। ਹੂੰ। ਕਲੀ ਖੇ ਖਤਮ ਹੋ ਜਾਏ, ਉਹਨੂੰ ਦੁਬਾਰਾ ਫੇਰ ਕਲੀ ਕਰਾ ਸਕਦਾ। ਹੂੰ। ਇਹ ਸਾਲ ਹੂੰ। ਅੱਛਾ, ਕਹਿੰਦੇ ਨਾ ਪਿੱਤਲ ਦੇ ਭਾਂਡੇ 'ਚ ਪਾਣੀ ਵੀ ਪੀਓ ਤਾਂ ਵੀ ਵਧੀਆ ਹੁੰਦਾ ਹੈ। ਪਿੱਤਲ ਦੇ ਭਾਂਡੇ ਪਾਣੀ ਪੀਓ, ਤਾਂਬੇ ਭਾਂਡੇ ਪਾਣੀ ਪੀਓ। ਕਲੀ ਕਰਾਉਣ ਦਾ ਕੀ ਫਾਇਦਾ ਹੁੰਦਾ ਇਹਨੂੰ? ਕਲੀ ਕੋਲ ਫਾਇਦਾ ਇਹ ਹੁੰਦਾ, ਉਹ ਬਿਲਕੁਲ ਸਹੀ ਹੁੰਦੀ ਆ ਸਬਜ਼ੀ, ਉਹ ਬਿਲਕੁਲ ਸਹੀ ਸਬਜ਼ੀ ਹੁੰਦੀ ਹੈ। ਹੂੰ। ਹਾਂਜੀ। ਸਿਹਤ ਦੇ ਹਿਸਾਬ ਨਾਲ ਕੀ ਫਰਕ ਪੈਂਦਾ ਜੀ ਜੇ ਕਲੀ ਕਰਵਾਈ ਹੋਵੇ? ਕਹਿੰਦੇ ਕੈਲਸ਼ੀਅਮ ਪੂਰਾ ਮਿਲ ਜਾਂਦਾ ਜੇ ਉਹ ਕਲੀ ਕਰਾਈ ਹੋਵੇ ਤਾਂ। ਕਲੀ ਬਿਲਕੁਲ ਸਹੀ ਹੁੰਦਾ, ਸਬਜ਼ੀ ਬਿਲਕੁਲ ਸਹੀ ਬਣਦੀ ਹੈ। ਹੂੰ। ਸਬਜ਼ੀ ਇਹ 'ਚ ਵੀ ਸਹੀ ਬਣਦੀ ਹੈ ਇੱਦਾਂ। ਹੂੰ। ਕਲੀ ਕੀਤਾ ਭਾਂਡਾ ਵਧੀਆ ਬਣਦਾ, ਹੂੰ। ਉਹ ਸਬਜ਼ੀ ਬਿਲਕੁਲ ਛਾਂ ਬਿਲਕੁਲ ਵਧੀਆ ਲੱਗਦੀ, ਭਾਂਡਾ ਵਧੀਆ ਲੱਗਦਾ ਕਲੀ ਕੀਤਾ। ਠੀਕ ਹੈ। ਹਾਂਜੀ। ਜੇ ਪਾਣੀ ਦੁਕਾਨਦਾਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿੰਨਾ ਕੁ ਫਾਇਦਾ ਉਹਨਾਂ ਨੂੰ ਇਸ ਕੰਮ ਤੋਂ ਹੁੰਦਾ ਆ ਰਿਹਾ, ਤਾਂ ਦੁਕਾਨਦਾਰਾਂ ਦਾ ਕਹਿਣਾ ਇਹੀ ਸੀ ਕਿ ਹੁਣ ਉਹਨਾਂ ਨੂੰ ਇਸ ਕੰਮ 'ਚੋਂ ਕੋਈ ਲਾਭ ਨਹੀਂ ਮਿਲਦਾ ਪਿਆ। ਜਿੰਨੀ ਮਜ਼ਦੂਰੀ ਉਹ ਕਰਦੇ ਆ ਉਨਾ ਮਜ਼ਦੂਰੀ ਉਹਨਾਂ ਨੂੰ ਨਹੀਂ ਮਿਲਦੀ ਪਈ। ਅਗਰ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਆ ਕੇ ਲੋਕ ਆਰਡਰ ਦੇ ਉੱਤੇ ਪਿੱਤਲ ਜਾਂ ਤਾਂਬੇ ਦੇ ਭਾਂਡੇ ਬਣਾਉਂਦੇ ਹਨ ਤੇ ਉਹ ਵੀ ਕਿਸੇ ਵੇਲੇ ਉਹਨਾਂ ਦੇ ਪੈਸੇ ਤੱਕ ਮਾਰ ਜਾਂਦੇ ਆ। ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਦੇ ਜਿਹੜੇ ਉਹਨਾਂ ਦੀ ਅੱਗੋਂ ਨੌਜਵਾਨ ਪੀੜ੍ਹੀਆਂ ਉਹ ਇਸ ਕਾਰੋਬਾਰ 'ਚ ਨਹੀਂ ਆਉਣਾ ਚਾਹੁੰਦੀਆਂ। ਇੱਥੋਂ ਤੱਕ ਕਿ ਜਦੋਂ ਉਹਨਾਂ ਦੇ ਬਜ਼ੁਰਗ ਇੱਥੇ ਬੈਠ ਕੇ ਭਾਂਡੇ ਬਣਾਉਣ ਦਾ ਕਾਰੋਬਾਰ ਕੰਮ ਕਰਦੇ ਹੁੰਦੇ ਆ ਤਾਂ ਲੋਕ ਦਾ ਜਿਹੜੇ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਪਾਣੀ ਤੱਕ ਨਹੀਂ ਪਿਲਾਉਣ ਦੇਣ ਆਉਂਦੇ, ਕਿਉਂਕਿ ਇੱਥੋਂ ਜਿਹੜਾ ਪਿੱਤਲ ਦੇ ਭਾਂਡੇ ਫੜਨ ਨਾਲ ਜਾਂ ਇੱਧਰ ਉੱਧਰ ਰੱਖਣ ਨਾਲ ਜਿਹੜੇ ਹੱਥ ਫਟ ਜਾਂਦੇ ਆ। ਤਾਂ ਨੌਜਵਾਨਾਂ ਨੇ ਹੁਣ ਇਸ ਕਾਰੋਬਾਰ ਨੂੰ ਛੱਡ ਕੇ ਹੋਰ ਕਾਰੋਬਾਰ ਅਪਣਾਉਣੇ ਸ਼ੁਰੂ ਕਰ ਦਿੱਤੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਸੀਂ ਜਿੰਦੇ ਆ ਉਦੋਂ ਤੱਕ ਅਸੀਂ ਕੰਮ ਕਰਾਂਗੇ, ਆਪਣੀ ਵਿਰਾਸਤ ਸਾਂਭ ਕੇ ਰੱਖਾਂਗੇ। ਅੱਗੋਂ ਨੌਜਵਾਨ ਪੀੜ੍ਹੀਆਂ ਇਸ ਕੰਮ ਨੂੰ ਨਹੀਂ ਕਰਨਾ ਚਾਹੁੰਦੀਆਂ ਕਿਉਂਕਿ ਸਰਕਾਰਾਂ ਇਸ ਕੰਮ ਨੂੰ ਅੱਗੇ ਵਧਾਉਣ ਲਈ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਕਰਦੀਆਂ ਨਹੀਂ ਦਿਖਾਈ ਦੇ ਰਹੀਆਂ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਸੁਰਖਾਬ ਟੀਵੀ, ਅੰਮ੍ਰਿਤਸਰ।